ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਜਨੀਤੀ ਵਿੱਚ ਬਹੁਤ ਕੁਝ ਵਾਪਰ ਜਾਣਾ ਹੈ ਤੇ ਜੋ ਕੁਝ ਵਾਪਰਿਆ ਉੱਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਬਹੁਤ ਕੁਝ ਰਾਜਨੀਤੀ ਵਿੱਚ ਵਾਪਰਦਾ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਜ ਇੱਕ ਖਬਰ ਆਈ ਹੈ, ਪ੍ਰਸ਼ਾਂਤ ਕਿਸ਼ੋਰ ਰਾਜਨੀਤਿਕ ਪਾਰਟੀ ਬਣਾ ਸਕਦੇ ਆ, ਸੰਕੇਤ ਦਿੱਤਾ। ਜੇਕਰ ਰਾਜਨੀਤਿਕ ਪਾਰਟੀ ਬਣਦੀ ਆ ਤੇ ਕਿਸੇ ਪਾਰਟੀ ਲਈ ਕੋਈ ਮੁਸ਼ਕਲ ਵੀ ਹੋ ਸਕਦੀ ਹੈ, ਜਾਂ ਫਿਰ ਪ੍ਰਸ਼ਾਂਤ ਕਿਸ਼ੋਰ ਹੁਣ ਕਹਿੰਦਾ ਕਿ ਰਾਜਨੀਤੀ ਵਿੱਚ ਉਤਰਨਾ ਹੈ, ਕਾਂਗਰਸ ਨੇ ਤਾਂ ਰੱਖਿਆ ਹੀ ਨਹੀਂ, ਉਹ ਗੱਲ ਨੂੰ ਲੈ ਕੇ ਵੱਧ ਗਿਆ ਅੱਗੇ। ਇਹ ਤਜਰਬੇ 'ਚੋਂ ਕਈ ਲੋਕ ਹੌਲੀ ਹੌਲੀ ਫਿਰ ਆਪਣੇ ਤੌਰ ਦੇ ਉੱਤੇ ਲੀਡਰ ਬਣਨ ਤੁਰ ਪੈਂਦੇ ਹੁੰਦੇ ਜੀ। ਸਾਡਾ ਪਿਛਲਾ ਤਜਰਬਾ ਕੀ ਸੀ? ਬਦਮਾਸ਼ਾਂ ਨੂੰ ਸਿਆਸੀ ਲੀਡਰ ਆਪਣੇ ਨਾਲ ਚੋਣਾਂ ਦੇ ਵਿੱਚ ਵੋਟਾਂ ਇਕੱਠੀਆਂ ਕਰਨ ਵਾਸਤੇ, ਵੋਟਾਂ ਭੁਗਤਾਉਣ ਲਈ ਵਰਤਦੇ ਹੁੰਦੇ ਸੀ ਜੀ। ਹੌਲੀ ਹੌਲੀ ਹੋਇਆ ਇਹ ਕਿ ਜਿਹੜੇ ਉਹ ਬਦਮਾਸ਼ ਸਨ ਉਹਨਾਂ ਦੇ ਮਨ ਵਿੱਚ ਆਉਣ ਲੱਗ ਪਿਆ ਕਿ ਜੇ ਹਰ ਵਾਰੀ ਇਹਨਾਂ ਵਾਸਤੇ ਵੋਟਾਂ ਅਸੀਂ ਇਕੱਠੀਆਂ ਕਰਨੀਆਂ, ਜਾਲੀ ਵੋਟਾਂ ਅਸੀਂ ਭੁਗਤਾਉਣੀਆਂ, ਤੇ ਲੀਡਰ ਇਹ ਬਣ ਟੌਰ ਇਹਨਾਂ ਦਾ ਬਣਿਆ ਰਹੇ ਤੇ ਅਸੀਂ ਕਦੇ ਨਹੀਂ ਰੱਖੇ, ਅਸੀਂ ਨਹੀਂ ਜਾ ਸਕਦੇ ਉੱਥੇ। ਜਦੋਂ ਉਹਨਾਂ ਦੇ ਮਨ 'ਚ ਇਹ ਆ ਗਿਆ, ਫਿਰ ਇੱਕ ਬਦਮਾਸ਼ ਨੇ ਚੋਣ ਲੜੀ, ਦੂਸਰੇ ਨੇ ਲੜੀ, ਤੀਸਰੇ ਨੇ ਲੜੀ। ਹੌਲੀ ਹੌਲੀ ਬਦਮਾਸ਼ ਅਸੈਂਬਲੀਆਂ ਵਿੱਚ ਵੀ ਤੇ ਪਾਰਲੀਮੈਂਟਾਂ ਵਿੱਚ ਵੀ ਜਾਣ ਲੱਗ ਪਏ। ਆ ਪਿੰਡਾਂ ਦੀਆਂ ਸਰਪੰਚੀਆਂ ਤਾਂ ਵਾਹਵਾ ਸਾਰੇ ਬਦਮਾਸ਼ਾਂ ਕੋਲ ਹੈਗੀਆਂ, ਸਾਰਿਆਂ ਕੋਲ ਨਹੀਂ, ਵਾਹਵਾ ਸਾਰਿਆਂ ਕੋਲ ਹੈਗੀਆਂ ਜੀ। ਅਸੈਂਬਲੀ ਵਿੱਚ ਵੀ ਬਹੁਤ ਸਾਰੇ ਚਲੇ ਗਏ। ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਜਦੋਂ ਆਏ ਤੇ ਉਦੋਂ 182 ਪਾਰਲੀਮੈਂਟ ਮੈਂਬਰਾਂ ਦੇ ਉੱਤੇ ਮੁਕੱਦਮੇ ਚੱਲਦੇ ਸਨ, ਇੱਕ ਤੋਂ ਇੱਕ ਗੰਦੀ ਕਿਸਮ ਦੇ। ਉਹਨਾਂ ਆਖਿਆ ਮੈਂ 1 ਸਾਲ 'ਚ ਮੁਕੱਦਮੇ ਨਿਬੇੜੂੰਗਾ, ਜਿਹੜੇ ਝੂਠੇ ਮੁਕੱਦਮੇ ਖਾਰਜ, ਜਿਹੜੇ ਸੱਚੇ ਮੁਕੱਦਮੇ ਬੰਦੇ ਜੇਲ੍ਹ ਭੇਜੂੰਗਾ। ਕੱਖ ਨਹੀਂ ਹੋਇਆ। 5 ਸਾਲਾਂ ਬਾਅਦ ਉਹ 232 ਹੋ ਗਏ। ਹੁਣ ਜੇ 5 ਸਾਲ ਹੋਰ ਲਗਾ ਕੇ 282 ਹੋ ਗਏ ਤੇ 272 ਨਾਲ ਤੇ ਬਹੁਤ ਸੰਮਤੀ ਬਣ ਜਾਂਦੀ ਹੈ, ਫਿਰ ਬਦਮਾਸ਼ਾਂ ਦੀ ਬਹੁਤ ਸੰਮਤੀ ਪਾਰਲੀਮੈਂਟ 'ਚ ਹੋਏਗੀ ਜੀ। ਜੇ ਉਹਨਾਂ ਦੇ ਮਨ 'ਚ ਇਹ ਗੱਲ ਆ ਗਈ ਸੀ ਤੇ ਇਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਇਹਦੇ ਕਿੱਦਾਂ ਨਾ ਆਉਂਦੀ। 2014 ਤੋਂ ਪਹਿਲਾਂ ਇਹਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਲੱਗਾ ਕਿ ਚਲੋ ਤੁਹਾਨੂੰ ਮੈਂ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਕੰਪੇਨ ਕਰੂੰਗਾ, ਦੋਵਾਂ ਦਾ ਸਮਝੌਤਾ ਹੋ ਗਿਆ। ਜਿੱਤ ਗਏ। ਮੋਦੀ ਸਾਹਿਬ ਨੇ ਆਖਿਆ ਮੇਰਾ ਕਰਕੇ ਜਿੱਤੇ, ਇਹਨੇ ਆਖਿਆ ਮੈਂ ਜਿਤਾਇਆ ਜੀ। ਬਾਅਦ 'ਚ ਦੋਵਾਂ ਦੇ ਰਸਤੇ ਵੱਖੋ ਵੱਖ। ਜਿੱਥੇ ਜਾ ਕੇ ਸਮਝੌਤਾ ਕੀਤਾ ਪ੍ਰਸ਼ਾਂਤ ਕਿਸ਼ੋਰ ਨੇ, ਪੀਕੇ ਨੇ, ਬਹੁਤੇ ਥਾਈਂ ਉਹ ਭਾਜਪਾ ਨੂੰ ਠਿੱਬੀ ਲਾ ਜਾਂਦਾ ਰਿਹਾ ਤੇ ਉਹਦੀ ਧਿਰ ਜਿੱਤ ਜਾਂਦੀ ਰਹੀ, ਪਰ ਸਾਰੇ ਥਾਈਂ ਤਾਂ ਨਹੀਂ ਉਹ ਜਿੱਤੇ ਜੀ। ਕੁਝ ਥਾਵਾਂ 'ਤੇ ਉਹਦੇ ਪੱਖ ਬੜੇ ਹਾਰੇ ਵੀ ਨੇ। ਹੌਲੀ ਹੌਲੀ ਇਸ ਪੋਜੀਸ਼ਨ 'ਚ ਆ ਗਿਆ ਕਿ ਉਹ ਜਿਹੜਾ ਇਸ ਨੇ ਕਿ ਬਿੱਲੀ ਛੀਂ ਪੜ੍ਹਾਇਆ ਤੇ ਛੀਂ ਬਿੱਲੀ ਨੂੰ ਖਾਣ ਆਇਆ। ਇਹਨਾਂ ਨੇ ਹੀ ਪੜ੍ਹਾਇਆ ਸੀ ਤੇ ਹੁਣ ਇਹਨਾਂ ਨੂੰ ਚੁਣੌਤੀ ਪੇਸ਼ ਕਰਨ ਲੱਗਾ। ਪਿਛਲੇ ਮਹੀਨੇ ਤਾਂ ਰੌਲਾ ਪੈਂਦਾ ਪਿਆ ਸੀ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਲੱਗਾ। ਜਦੋਂ ਸਾਰਾ ਕੁਝ ਤੈਅ ਪੈ ਹੋ ਗਿਆ, ਉਦੋਂ ਕਾਂਗਰਸ ਦੀ ਪ੍ਰਧਾਨ ਬੀਬੀ ਨੂੰ ਇਹ ਲੱਗਾ ਕਿ ਜੇ ਇਹ ਬੰਦਾ ਪਾਰਟੀ 'ਚ ਆ ਗਿਆ ਤੇ ਮੇਰਾ ਮੁੰਡਾ ਤਾਂ ਸਾਰੀ ਉਮਰ ਮੁੜ ਕੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਾ। ਮੁੰਡਾ ਤੇ ਉਹਦਾ ਵੈਸੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਾ ਜੀ। ਔਰ ਜਿਹੜੇ ਹਾਲਾਤ ਹੈ, ਕੁੜੀ ਵੀ ਨਹੀਂ ਬਣ ਸਕਣੀ, ਕੋਈ ਵੀ ਨਹੀਂ ਬਣ ਸਕਣਾ। ਪਰ ਉਹ ਪਾਰਟੀ ਦਾ ਪੱਠਾ ਬਿਠਾਉਣ ਤੁੱਲੀ ਸੀ, ਉਹਨੇ ਨੂੰ ਉੱਥੇ ਨਾਲ ਨਹੀਂ ਲਾਇਆ, ਇਹ ਛੱਡ ਕੇ ਪਾਸੇ ਹੋ ਗਿਆ। ਹੁਣ ਉਹਨੇ ਇਹ ਗੱਲ ਕਹਿਤੀ ਹੈ ਕਿ ਮੈਂ ਅਸਲੀ ਮਾਲਕ ਲੋਕਤੰਤਰ ਦੇ ਜਿਹੜੇ ਆ, ਯਾਨੀ ਲੋਕ ਨੇ, ਉਹਨਾਂ ਦੇ ਕੋਲ ਜਾਊਂਗਾ ਤੇ ਮੈਂ ਇੱਕ ਲਹਿਰ ਖੜੀ ਕਰੂੰਗਾ। ਇਹ ਵੀ ਇਸ਼ਾਰਾ ਉਹਨੇ ਕਰ ਦਿੱਤਾ ਕਿ ਸ਼ਾਇਦ ਉਹ ਬਿਹਾਰ ਤੋਂ ਸ਼ੁਰੂ ਕਰੂਗਾ। ਜੇ ਬਿਹਾਰ ਤੋਂ ਸ਼ੁਰੂ ਕੀਤਾ ਤੇ ਜਿਹੜੇ ਨਿਤੀਸ਼ ਕੁਮਾਰ ਨੂੰ ਕਿਸੇ ਵਕਤ ਉਹਨੇ ਜਿਤਾਉਣ ਵਾਸਤੇ, ਮੁੱਖ ਮੰਤਰੀ ਬਣਾਉਣ ਵਾਸਤੇ ਜ਼ੋਰ ਲਾਇਆ ਸੀ ਤੇ ਮੁੜ ਕੇ ਉਹ ਭਾਜਪਾ ਨਾਲ ਰਲ ਗਿਆ ਸੀ। ਸਾਰਿਆਂ ਤੋਂ ਪਹਿਲਾਂ ਉਸੇ ਨਿਤੀਸ਼ ਕੁਮਾਰ ਦੀਆਂ ਜੜ੍ਹਾਂ ਟੁੱਕੂਗਾ। ਇਹ ਆਪ ਕਿੰਨਾ ਕੁ ਕਾਮਯਾਬ ਹੁੰਦਾ ਕੋਈ ਪਤਾ ਨਹੀਂ, ਕਾਮਯਾਬ ਹੋਵੇ ਕਿ ਨਾ ਹੋਵੇ। ਬੜੇ ਲੋਕ ਇੱਦਾਂ ਹੀ ਦੁੱਧ ਦੇ ਉਬਾਲੇ ਵਾਂਗ ਉਛਲਦੇ ਰਹੇ ਜੀ, ਫਿਰ ਬਹਿ ਵੀ ਜਾਂਦੇ ਰਹੇ, ਪਰ ਕੁਝ ਕਾਮਯਾਬ ਵੀ ਹੋ ਜਾਂਦੇ ਰਹੇ। ਇਹ ਹੋ ਸਕਦਾ ਇੱਦਾਂ ਦੀ ਕਾਮਯਾਬੀ ਇਹਨੂੰ ਵੀ ਮਿਲ ਜੇ, ਪਰ ਅਜੇ ਇੱਕਦਮ ਕੁਛ ਨਹੀਂ ਕਿਹਾ ਜਾ ਸਕਦਾ। ਅਜੇ ਉਹਦਾ ਪਹਿਲਾ ਬਿਆਨ ਆਇਆ, ਉਹ 4 ਕਦਮ ਤੁਰੇਗਾ, ਉਹਦੀ ਤੋਰ ਵੇਖ ਕੇ, ਉਹਦੀ ਰਵਾਨਗੀ ਵੇਖ ਕੇ, ਰਫਤਾਰ ਵੇਖ ਕੇ, ਗੁਫਤਾਰ ਵੇਖ ਕੇ ਫਿਰ ਅੰਦਾਜ਼ੇ ਲਾਵਾਂਗੇ। ਗੱਲ ਤਾਂ ਪੰਨੂ ਸਾਹਿਬ ਠੀਕ ਲੱਗਦੀ ਹੈ। ਦੂਸਰੇ ਪਾਸੇ ਦੇਖਦੇ ਹਾਂ ਸਿਆਸਤ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਕੰਮ ਕਰਨਾ, ਕਦੀ ਕਾਂਗਰਸ ਵਾਲਿਆਂ ਨਾਲ ਕੰਮ ਕਰਨਾ, ਪਰ ਲੱਗਦਾ ਨਹੀਂ ਪਿਆ ਕਿੱਧਰ ਪਾਸੇ ਵੀ ਸੂਤ ਆਉਂਦਾ ਪਿਆ ਸੀ। ਜੇਕਰ ਹੁਣ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ
5 ਅਹਿਮ ਫੈਸਲੇ ਲਏ ਆ ਪਨੂ ਸਾਹਿਬ, ਇਹ ਫੈਸਲਿਆਂ ਨੂੰ ਕਿਵੇਂ ਦੇਖਦੇ ਆ? ਲੋਕ ਤਾਂ ਯਕੀਨ ਬਣਾ ਕੇ ਬੈਠੇ ਸੀ ਕਿ ਸਰਕਾਰ ਜਲਦੀ ਫੈਸਲੇ ਲਊਗੀ, ਕਿਉਂਕਿ ਕੁਛ ਵਾਅਦੇ 24 ਘੰਟੇ ਦੇ ਕੀਤੇ ਸੀਗੇ, ਪਰ ਫਿਰ ਵੀ ਕੋਈ ਕਹਿੰਦਾ 6 ਮਹੀਨੇ ਦਾ ਵਕਤ ਦੇਣਾ ਚਾਹੀਦਾ। ਅੱਜ ਦੀ ਕੈਬਨਿਟ ਵਿੱਚ ਲੈ ਕੇ ਫੈਸਲੇ ਕਿਵੇਂ ਦੇਖਦੇ ਆ? ਦੇਖੋ 24 ਘੰਟਿਆਂ 'ਚ ਕਦੇ ਕੋਈ ਫੈਸਲੇ ਲਾਗੂ ਨਹੀਂ ਹੋ ਸਕਦੇ। ਬਿਲਕੁਲ। ਜਿਨ੍ਹਾਂ ਨੇ 5 ਸਾਲਾਂ 'ਚ ਆਖਿਆ ਸੀ 15-15 ਲੱਖ ਖਾਤਿਆਂ 'ਚ ਪਾਵਾਂਗੇ, ਉਹਨਾਂ ਤੋਂ ਤਾਂ 8 ਸਾਲਾਂ ਬਾਅਦ ਨਹੀਂ ਪਾਏਗੇ। ਇਹਦੇ ਤੋਂ ਇਹ ਆਸ ਰੱਖੋ ਕਿ ਆਉਂਦੇ ਸਾਰ ਕਰ ਦੂ, ਇਹ ਆਸ ਰੱਖਣਾ ਗਲਤ ਹੈ। ਕੁਝ ਸਮਾਂ ਤੇ ਲੱਗੇਗਾ ਜੀ, ਪਰ ਕਿੰਨਾ ਲੱਗੇਗਾ? ਇਹ ਸਮਾਂ ਜੇ ਵੱਧਦਾ ਗਿਆ ਤੇ ਲੋਕਾਂ ਦੀ ਬੇਚੈਨੀ ਵਧੇਗੀ। ਅੱਜ ਪੰਜਾਬ ਸਰਕਾਰ ਦੀ ਮੀਟਿੰਗ ਹੋਈ, ਕਿੰਨੇ ਫੈਸਲੇ ਹੋਏ ਕਿੰਨੇ ਮੈਨੂੰ ਨਹੀਂ ਪਤਾ, ਪਰ ਮੋٹے ਤੌਰ ਤੇ 5 ਫੈਸਲੇ ਬਾਹਰ ਆਏ। ਪਹਿਲਾ ਤਾਂ ਇਹ ਕਿ 26,500 ਸ਼ਾਇਦ ਜਾਂ 24,500, ਮੇਰੇ ਖਿਆਲ 26,500 ਨਵੀਆਂ ਪੋਸਟਾਂ ਜਿਹੜੀਆਂ ਉਹ ਭਰਨ ਲੱਗੇ ਆ। ਦੂਸਰਾ ਫੈਸਲਾ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਜਿਹੜੀ ਲੋਕਾਂ ਦੇ ਘਰੋਂ ਘਰੀ ਰਾਸ਼ਨ ਦੀ ਸਪਲਾਈ ਆ, ਡੀਪੂਆਂ ਤੋਂ ਨਾ ਲੈਣ ਜਾਣਾ ਪਵੇ, ਉਹ ਅਸੀਂ 1 ਅਕਤੂਬਰ ਤੋਂ ਸ਼ੁਰੂ ਕਰ ਦਿਆਂਗੇ। ਹੁਣ ਕੋਈ ਆਖੇ 24 ਘੰਟਿਆਂ 'ਚ ਨਹੀਂ ਆ, ਇਹਦੇ ਵਾਸਤੇ ਇੱਕ ਸਿਸਟਮ ਤਾਂ ਬਣਾਉਣਾ ਪਏਗਾ, ਉੱਤੇ ਕੋਈ ਟਾਈਮ ਲੱਗੇਗਾ, ਪ੍ਰਬੰਧ ਸਾਰੇ ਕਰਨੇ ਪੈਣਗੇ। ਕਣਕ ਦੇ ਬਜਾਏ ਜੇ ਆਟਾ ਭੇਜਣਾ, ਆਟਾ ਬੰਦ ਥੈਲੀਆਂ 'ਚ ਭੇਜਣਾ ਕਿ ਕੀ ਕਰਨਾ, ਕਿਸੇ ਪ੍ਰਾਈਵੇਟ ਕੰਪਨੀ ਨੂੰ ਸਪਲਾਈ ਦੇਣੀ ਹੈ ਕਿ ਆਪਣੇ ਬੰਦਿਆਂ ਤੋਂ ਕਰਾਉਣੀ ਆ, ਇਹ ਸਾਰੇ ਪ੍ਰਬੰਧ ਕਰਨੇ ਪੈਣਗੇ। ਇੱਕ ਉਹਨਾਂ ਨੇ ਇਹ ਕਹਿਤਾ ਕਿ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਅਸੀਂ ਮੌਕਾ ਦਿੰਦੇ ਹਾਂ ਕਿ ਉਹ ਜਿੰਨਾ ਕੁ ਛੇਤੀ ਹੋ ਸਕਦਾ ਕਿ ਆਪੋ ਆਪਣਾ ਟੈਕਸ ਦੇ ਬਕਾਏ ਦੇ ਦੇਣ, ਤਾਂ ਕਿ ਅਸੀਂ ਉਹਨਾਂ ਨੂੰ ਰਿਲੀਫ ਦੇ ਸਕੀਏ। ਇਹ ਜਿਹੜਾ ਥੋੜ੍ਹਾ ਜਿਹਾ ਸਮਾਂ ਵਧਾ ਦਿੱਤਾ ਗਿਆ ਉਹ ਵੀ ਚੰਗਾ। ਉਹਨਾਂ ਨੇ ਆਖਿਆ ਕਿ ਨਰਮਾ ਜਿਹੜਾ ਜਿੱਥੇ ਜਿੱਥੇ ਖਰਾਬ ਹੋਇਆ ਉਹਦਾ ਮੁਆਵਜ਼ਾ ਦਿਆਂਗੇ, ਸ਼ਾਇਦ 41 ਕੁ ਕਰੋੜ ਆਖਿਆ ਕਿ ਦਿਆਂਗੇ, ਉਹ 'ਚੋਂ 38 ਕੁ ਕਰੋੜ ਕਿਸਾਨਾਂ ਨੂੰ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ, ਤੇ 3-4 ਕਰੋੜ ਉਸ ਇਲਾਕੇ ਦੇ ਮਜ਼ਦੂਰਾਂ ਵਾਸਤੇ ਵੀ ਹੈ ਜਿਨ੍ਹਾਂ ਦੀਆਂ ਦਿਹਾੜੀਆਂ ਮਾਰੀਆਂ ਗਈਆਂ। ਜੇ ਨਰਮਾ ਠੀਕ ਰਹਿੰਦਾ ਤੇ ਉਹਨਾਂ ਨੇ ਵੀ ਦਿਹਾੜੀਆਂ 'ਚੋਂ 4 ਪੈਸੇ ਕਮਾਉਣੇ ਤੇ ਰੋਟੀ ਖਾਣੀ ਸੀ ਜੀ, ਉਹਨਾਂ ਦਾ ਵੀ ਨਾਲ ਧਿਆਨ ਰੱਖਿਆ ਗਿਆ। ਜੇ ਥੋੜ੍ਹਾ ਵੱਧ ਰੱਖ ਲੈਂਦੇ ਤੇ ਚੰਗਾ ਸੀ, ਪਰ ਕੁਝ ਨਾ ਕੁਝ ਰੱਖਿਆ ਗਿਆ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਦੋਵਾਂ ਦਾ ਧਿਆਨ ਰੱਖਿਆ। 5ਵਾਂ ਫੈਸਲਾ ਬੜਾ ਅਹਿਮ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਸਾਬਕਾ MLA ਨੂੰ ਇੱਕ ਪੈਨਸ਼ਨ ਜੇ ਦੂਜੀ ਵਾਰੀ ਜਿੱਤ ਗਿਆ ਤੇ ਇੱਕ ਹੋਰ, ਜੇ ਤੀਜੀ ਵਾਰੀ ਜਿੱਤ ਗਿਆ ਇੱਕ ਹੋਰ, ਹਰ ਵਾਰੀ ਦੀ ਇੱਕ ਪੈਨਸ਼ਨ ਵਧੀ ਜਾਂਦੀ। ਉਹਨਾਂ ਨੇ ਕਹਿਤਾ ਕਿ 1 MLA ਤੇ 1 ਪੈਨਸ਼ਨ, ਭਾਵੇਂ ਉਹ 10 ਵਾਰੀ ਜਿੱਤਿਆ ਹੋਵੇ, 12 ਵਾਰੀ ਜਿੱਤਿਆ ਹੋਵੇ, ਪੈਨਸ਼ਨ ਉਹਨੂੰ ਇੱਕੋ ਹੀ ਮਿਲਣੀ ਆ। ਕਿਸੇ ਦੀ 3 ਲੱਖ, ਕਿਸੇ ਦੀ 5 ਲੱਖ ਬਣੀ ਫਿਰਦੀ ਸੀ, ਉਹ ਸਭ ਖਤਮ। ਇਹ ਚੰਗਾ ਕੀਤਾ, ਪੰਜਾਬ ਦੇ ਲੋਕ ਇਸ ਗੱਲ ਦਾ ਸਵਾਗਤ ਕਰਨਗੇ। ਪਰ ਇੱਕ ਫੈਸਲਾ ਜਿਹੜਾ ਕੱਲ੍ਹ ਦਾ ਬਹੁਤ ਚਰਚਾ 'ਚ ਸੀ, ਉਹ ਖਬਰਾਂ 'ਚ ਨਹੀਂ ਆ ਰਿਹਾ ਕਿ ਕੀਤਾ ਕਿ ਨਹੀਂ ਕੀਤਾ, ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ, ਉਹ ਰੁਕਿਆ ਤੇ ਕਿਉਂ ਰੁਕਿਆ। ਉਹ ਫੈਸਲਾ ਇਹ ਕਿ ਕੱਲ੍ਹ ਦੀ ਚਰਚਾ ਚੱਲ ਰਹੀ ਸੀ, ਪੰਜਾਬ ਸਰਕਾਰ ਨੇ ਰਾਏ ਬਣਾ ਲਈ ਹੈ ਕਿ ਜਿਹੜੇ MLA ਨੇ ਇਹਨਾਂ ਦਾ ਇਨਕਮ ਟੈਕਸ ਅੱਗੇ ਤੋਂ ਪੰਜਾਬ ਸਰਕਾਰ ਨਹੀਂ ਦੇਵੇਗੀ ਜੀ। ਪਿਛਲੀਆਂ ਸਰਕਾਰਾਂ ਦੇ ਵੇਲੇ, ਕਾਂਗਰਸੀ ਅਕਾਲੀ ਸਰਕਾਰਾਂ ਵੇਲੇ ਇਨਕਮ ਟੈਕਸ ਪੰਜਾਬ ਸਰਕਾਰ ਦਿੰਦੀ ਰਹੀ ਸੀ। ਉਹਨਾਂ 'ਚੋਂ ਕੁਝ ਲੋਕਾਂ ਨੇ ਵਲੰਟੀਅਰਲੀ ਆਪਣੇ ਆਪ ਇਹ ਆਖਿਆ ਸੀ ਕਿ ਆਪਣਾ ਇਨਕਮ ਟੈਕਸ ਅਸੀਂ ਆਪ ਦਿਆਂਗੇ, ਪਰ ਸਰਕਾਰ ਵੱਲੋਂ ਤੇ ਖੁੱਲ੍ਹੀ ਛੁੱਟੀ ਸੀ ਨਾ ਕਿ ਸਾਰੇ ਦੇਈ ਚੱਲੋ। ਹੁਣ ਉਹਦੇ 'ਚੋਂ ਪਿਛਲੀ ਸਰਕਾਰ ਦੇ ਵਿੱਚੋਂ ਕੁਝ ਮੰਤਰੀ, ਸਾਬਕਾ ਮੁੱਖ ਮੰਤਰੀ ਉਹ ਆਪਣਾ ਇਨਕਮ ਟੈਕਸ ਆਪ ਦਿੰਦੇ ਸੀ। ਆਪੋਜੀਸ਼ਨ ਲੀਡਰ ਜਿਹੜਾ ਉਸ ਵਕਤ ਸੀ ਹਰਪਾਲ ਸਿੰਘ ਚੀਮਾ, ਹੁਣ ਨਵੀਂ ਸਰਕਾਰ 'ਚ ਖਜ਼ਾਨਾ ਮੰਤਰੀ ਹੈ, ਉਹ ਵੀ ਆਪਣਾ ਇਨਕਮ ਟੈਕਸ ਆਪ ਦਿੰਦਾ ਸੀ ਜੀ। ਪਰ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਕਈ MLA ਸਰਕਾਰੀ ਖਾਤੇ 'ਚੋਂ ਇਨਕਮ ਟੈਕਸ ਭਰਵਾਉਂਦੇ ਰਹੇ। ਕੱਲ੍ਹ ਦੀ ਚਰਚਾ ਸੀ ਕਿ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਹੋਣਾ ਕਿ ਇਹਨਾਂ ਦਾ ਇਨਕਮ ਟੈਕਸ ਸਰਕਾਰ ਨਹੀਂ ਦੇਵੇਗੀ, ਪੱਲਿਓਂ ਦੇਣਗੇ। ਹੁਣ 5 ਫੈਸਲੇ ਆ ਰਹੇ, ਉਹ 6ਵਾਂ ਫੈਸਲਾ ਹੋਇਆ ਕਿ ਨਹੀਂ ਹੋਇਆ, ਉਹਦੇ ਬਾਰੇ ਚੁੱਪ ਕਿਉਂ ਵੱਟ ਲਈ ਗਈ ਆ, ਮੈਨੂੰ ਅਜੇ ਤੱਕ ਪਤਾ ਨਹੀਂ ਲੱਗਾ। ਜੇ ਹੋਇਆ ਹੋਵੇ ਬਾਅਦ 'ਚ ਦੱਸਣਾ ਹੋਵੇ, ਜਾਂ ਉਹਦੀਆਂ ਕੁਝ ਤਕਨੀਕੀ ਉਲਝਣਾ ਹੋਵੇ, ਉਹ ਤਕਨੀਕੀ ਉਲਝਣਾ ਜੇ ਹੋਣ ਤੇ ਉਹ ਵੀ ਲੋਕਾਂ ਸਾਹਮਣੇ ਰੱਖ ਦੇਣੀਆਂ ਚਾਹੀਦੀਆਂ। ਸਰਕਾਰ ਨੂੰ ਸਪਸ਼ਟ ਹੋਣਾ ਚਾਹੀਦਾ। ਕੱਲ੍ਹ ਦੀ ਇਹ ਚਰਚਾ ਚੱਲ ਕੇ ਸਾਰਿਆਂ ਥਾਵਾਂ ਤੇ TV ਚੈਨਲਾਂ ਦੇ ਉੱਤੇ ਵੀ, ਅਖਬਾਰਾਂ ਵਿੱਚ ਵੀ ਇਹਦੇ ਉੱਤੇ ਚਰਚਾ ਹੋ ਚੁੱਕੀ ਹੋਵੇ ਤੇ ਅੱਜ ਉਹਦੇ ਸਰਕਾਰ ਦੇ ਫੈਸਲਿਆਂ 'ਚ ਨਾ ਆਵੇ, ਇਹ ਮਾੜਾ ਪ੍ਰਭਾਵ ਦਿੰਦਾ। ਇਹਦੇ ਬਾਰੇ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਜੀ ਕਿ ਕਰਨਾ ਕਿ ਨਹੀਂ ਕਰਨਾ। ਜੇ ਕਰਨਾ ਤੇ ਹੁਣ ਕਿਉਂ ਨਹੀਂ ਕੀਤਾ ਗਿਆ? ਕੋਈ ਤਕਨੀਕੀ ਉਲਝਣ ਸੀ, ਕੋਈ ਟੈਕਨੀਕਲ ਪ੍ਰੋਬਲਮ ਆਉਂਦੀ ਸੀ, ਜਾਂ ਇਹਦੇ ਉੱਤੇ ਕੁਝ ਹੋਮਵਰਕ ਕਰਨ ਵਾਲਾ ਸੀ ਅਫਸਰਾਂ ਦੇ ਪੱਧਰ ਤੇ? ਇਹ ਸਾਰੀ ਗੱਲ ਲੋਕਾਂ ਸਾਹਮਣੇ ਜਰਾ ਕੁ ਸਪਸ਼ਟ ਕਰ ਦਿੱਤੀ ਜਾਵੇ ਤੇ ਜ਼ਿਆਦਾ ਚੰਗਾ ਹੋਵੇਗਾ ਜੀ। ਪੰਨ ਸਾਹਿਬ, ਅੱਗੇ ਵਧਦੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਨਿਆਂ ਉਹਨਾਂ ਦੀ ਲੋਕਲ ਬੋਲੀ ਵਿੱਚ ਮਿਲਣਾ ਚਾਹੀਦਾ ਹੈ। ਇਸ ਬਿਆਨ ਦਾ ਮਤਲਬ ਕੀ ਆ? ਦੇਖੋ, ਅੰਗਰੇਜ਼ ਚਲੇ ਗਏ, ਅੰਗਰੇਜ਼ਾਂ ਦੇ ਵੇਲੇ ਤੋਂ ਅੱਜ ਤੱਕ ਸਾਡੀਆਂ ਅਦਾਲਤਾਂ 'ਚ ਅੰਗਰੇਜ਼ੀ ਚੱਲਦੀ ਹੈ। ਜੀ। ਜਿਹੜੀ ਅੰਗਰੇਜ਼ੀ ਅਦਾਲਤਾਂ ਵਿੱਚ ਚੱਲਦੀ ਆ ਉਹ ਆਮ ਲੋਕਾਂ ਨੂੰ ਨਹੀਂ ਆਉਂਦੀ। ਔਰ ਸਾਡੇ ਹੁਣ ਜ਼ਿਲ੍ਹਾ ਪੱਧਰ 'ਤੇ ਇੱਥੋਂ ਤੱਕ ਕਿ ਹਾਈ ਕੋਰਟ 'ਚ ਵੀ ਕਈ ਸਾਡੇ ਵਕੀਲ ਇਹੋ ਜਿਹੇ ਚਲੇ ਗਏ ਜਿਹੜੇ ਪੇਂਡੂ ਪਿਛੋਕੜ ਵਾਲੇ ਨੇ। ਇੱਥੋਂ ਤੱਕ ਕਿ ਸ਼ਹਿਰਾਂ ਵਿੱਚ ਜੰਮੇ ਬੱਚੇ ਵੀ ਸਾਰੇ ਤੇ ਉਸ ਪੱਧਰ ਦੀ ਅੰਗਰੇਜ਼ੀ ਨਹੀਂ ਜਾਣਦੇ। ਮੈਂ ਕਈਆਂ ਮਾਣਯੋਗ ਜੱਜਾਂ ਦੇ ਫੈਸਲੇ ਪੜ੍ਹ ਕੇ ਵੇਖੇ, ਉਹ ਇਸ ਤਰ੍ਹਾਂ ਦੀ ਔਖੀ ਅੰਗਰੇਜ਼ੀ ਲਿਖਦੇ ਆ ਜਿਹੜੀ ਇੱਥੇ ਮੇਰੇ ਵਰਗਾ ਤੇ ਘੱਟ ਪੜ੍ਹਿਆ ਬੰਦਾ ਉਹਨੂੰ ਨਹੀਂ ਸਮਝ ਆਉਂਦੀ। ਮੈਂ ਕੁਝ ਹੋਰਨਾਂ ਨੂੰ ਵੀ ਪੁੱਛਿਆ ਤੇ ਉਹ ਕਹਿੰਦੇ ਜੀ ਇਹ ਸਾਡੇ ਪੱਲੇ ਨਹੀਂ ਪੈਂਦੀ। ਹੁਣ ਕਈ ਵਾਰੀ ਉਹ ਵਰਤਦਿਆਂ ਪੁਰਾਣੇ 200-300 ਸਾਲ ਪੁਰਾਣੇ ਸ਼ਬਦ ਜਿਹੜੇ ਅੱਜ ਕੱਲ੍ਹ ਨਹੀਂ ਵਰਤੇ ਜਾਂਦੇ। ਮਿਸਾਲ ਦੇ ਤੌਰ 'ਤੇ ਆਪਾਂ ਕਹਿੰਦੇ ਹੀ ਡਜ਼ ਦਿਸ ਥਿੰਗ, ਉਹ ਡਜ਼ ਜਿਹੜਾ DOES, ਉਹ ਡਜ਼ ਦੇ ਬਜਾਏ ਪੁਰਾਣੇ ਸਮੇਂ ਦੇ ਵਿੱਚ ਡੋਥ ਵਰਤਿਆ, DOTH। ਮੈਂ ਕੁਝ ਜੱਜਾਂ ਦੇ ਫੈਸਲਿਆਂ ਡੋਥ ਵੇਖਿਆ। ਇੱਦਾਂ ਦੇ ਕੋਈ ਹੈਜ਼ ਦੀ ਥਾਂ 'ਤੇ ਹੈਥ ਵੇਖਿਆ। ਉਹ ਨਵੇਂ ਵਕੀਲਾਂ ਵਾਸਤੇ ਉਲਝਣਾਂ ਆਉਂਦੀਆਂ। ਜ਼ਿਲ੍ਹਾ ਪੱਧਰ ਦੇ ਉੱਤੇ ਤਾਂ ਇਹ ਹੋਣਾ ਹੀ ਚਾਹੀਦਾ ਕਿ ਲੋਕਲ ਬੋਲੀ ਵਰਤੀ ਜਾਵੇ। ਇਹ ਆਗਿਆ ਨਹੀਂ ਦਿੱਤੀ ਜਾ ਰਹੀ ਅਜੇ ਤੱਕ। ਅੱਛਾ, ਜਿਹੜੇ ਵਕੀਲ ਬੋਲਦੇ ਨੇ ਉਹ ਗਵਾਹ ਦੀ ਗਵਾਹੀ ਕੁਝ ਹੋਰ ਕਰਾਉਂਦੇ ਆ ਤੇ ਅਗਲੇ ਪਾਸੇ ਅੰਗਰੇਜ਼ੀ 'ਚ ਲਿਖਾਉਣ ਵਾਲਾ ਕੁਝ ਹੋਰ ਲਿਖਾਈ ਜਾ ਰਿਹਾ। ਬਹੁਤ ਸਾਰੇ ਥਾਵਾਂ ਤੋਂ ਇਹ ਰੌਲਾ ਪੈਂਦਾ ਜੀ ਆਖਿਆ ਤਾਂ ਅਸੀਂ ਕੁਝ ਹੋਰ ਸੀ, ਉਹ ਕਹਿੰਦੇ ਸਮਝਣ 'ਚ ਫਰਕ ਪੈ ਗਿਆ, ਉਹ ਟਰਾਂਸਲੇਸ਼ਨ 'ਚ ਫਰਕ ਪੈ ਗਿਆ। ਮਿਸਾਲ ਦੇ ਤੌਰ 'ਤੇ ਤੁਸੀਂ ਇਹਨੂੰ ਕਹੋ ਹੀ ਇਜ਼ ਪ੍ਰਾਊਡ ਜੱਟ। ਪ੍ਰਾਊਡ ਦਾ ਮਤਲਬ ਕੀ ਹੁੰਦਾ? ਇੱਕ ਪਾਸੇ ਤੇ ਇਹ ਆਖਿਆ ਜਾ ਸਕਦਾ ਕਿ ਉਹ ਬੜਾ ਅਣਖ ਵਾਲਾ ਜੱਟ ਹੈ, ਤੇ ਦੂਸਰੇ ਪਾਸੇ ਜੇ ਤੁਸੀਂ ਡਿਕਸ਼ਨਰੀ ਵੇਖੋ ਤਾਂ ਉੱਥੇ ਹੰਕਾਰਿਆ ਵੀ ਹੈ, ਉਹ ਬੜਾ ਹੰਕਾਰਿਆ ਹੋਇਆ ਜੱਟ। ਇਹ ਉਹਨਾਂ ਨੇ ਹੰਕਾਰਿਆ ਆਖਿਆ ਕਿ ਅਣਖ ਵਾਲਾ ਆਖਿਆ। ਅੰਗਰੇਜ਼ੀ 'ਚ ਟਰਾਂਸਲੇਟ ਕਰਨ ਵਾਲਾ ਆਪਣੀ ਮਰਜ਼ੀ ਦਾ ਲਿਖਾਊਗਾ। ਜੇ ਇੰਨੀ ਗੱਲ ਨਾਲ ਵੀ ਉਹ ਹੰਕਾਰਿਆ ਜੱਟ ਸੀ, ਉਹਨੇ ਕਤਲ ਕਰਤਾ, ਉਹਦਾ ਮਤਲਬ ਹੋਰ ਨਿਕਲਦਾ। ਪਰ ਜੇ ਅਣਖ ਵਾਲਾ ਸੀ, ਉਹਦੀ ਅਣਖ 'ਤੇ ਸੱਟ ਮਾਰੀ ਗਈ, ਉਹਨੇ ਉਹਦੇ ਕੋਲੋਂ ਫਿਰ ਗੁੱਸੇ 'ਚ ਕੰਟਰੋਲ ਨਹੀਂ ਆਪਣੇ ਆਪ 'ਤੇ, ਉਹਦਾ ਮਤਲਬ ਹੋਰ ਨਿਕਲਦਾ। ਇਹ ਵੱਖ-ਵੱਖ ਗੱਲਾਂ ਨੇ। ਇਹਨਾਂ 'ਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਹੁਣ ਗੱਲ ਆਖੀ ਹੈ ਕਿ ਇਹ ਅਦਾਲਤਾਂ ਵਿੱਚ ਨਿਆਂ ਲੋਕਾਂ ਦੀ ਬੋਲੀ 'ਚ ਹੋਣਾ ਚਾਹੀਦਾ, ਇਹ ਗੱਲ ਬਹੁਤ ਦੇਰ ਬਾਅਦ ਆਖੀ ਗਈ ਹੈ, ਬਹੁਤ ਪਹਿਲਾਂ ਆਖੀ ਜਾਣੀ ਚਾਹੀਦੀ ਸੀ। ਭਾਰਤ ਦੇ ਚੀਫ ਜਸਟਿਸ ਰਮੰਨਾ ਨੇ ਵੀ ਆਖਿਆ ਕਿ ਲੋਕਲ ਬੋਲੀ 'ਚ ਹੋਣਾ ਚਾਹੀਦਾ, ਇਹਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇੱਕ ਗੱਲ ਪ੍ਰਧਾਨ ਮੰਤਰੀ ਨੇ ਹੋਰ ਆਖੀ ਹੈ ਜਿਹੜੀ ਮੈਨੂੰ ਨਹੀਂ ਸੀ ਪਤਾ, ਪਰ ਉਹਨਾਂ ਦੇ ਬਿਆਨ 'ਚੋਂ ਪੜ੍ਹ ਕੇ ਪਤਾ ਲੱਗੀ ਹੈ। ਉਹ ਕਹਿੰਦੇ ਵਿਕਸਿਤ ਦੇਸ਼ਾਂ ਦੇ ਵਿੱਚ ਜਦੋਂ ਫੈਸਲੇ ਅਦਾਲਤਾਂ ਦੇ ਆਉਂਦੇ, ਇੱਕ ਫੈਸਲਾ ਕਾਨੂੰਨੀ ਹੁੰਦਾ, ਜਿਹੜਾ ਕਾਨੂੰਨ ਦੀ ਬੋਲੀ ਕਾਨੂੰਨ ਦੀ ਸ਼ਬਦਾਵਲੀ 'ਚ ਹੁੰਦਾ, ਉਸੇ ਦੀ ਇੱਕ ਵਰਜਨ ਯਾਨੀ ਉਹਦਾ ਇੱਕ ਰੂਪ ਉਸ ਫੈਸਲੇ ਦਾ ਵੱਖਰਾ ਛਾਪਿਆ ਜਾਂਦਾ, ਜਿਹੜਾ ਸੰਖੇਪ ਬੋਲੀ ਵਿੱਚ ਉੱਥੋਂ ਦੇ ਆਮ ਲੋਕਾਂ ਦੇ ਪੱਲੇ ਪੈ ਸਕੇ। ਜੇ ਅੰਗਰੇਜ਼ਾਂ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਸਮਝਾਉਣ ਵਾਸਤੇ ਇੱਕ ਵੱਖਰਾ ਫੈਸਲਾ ਆਮ ਲੋਕਾਂ ਦੀ ਬੋਲੀ 'ਚ ਦਿੱਤਾ ਫੈਸਲਾ ਅੱਜ ਦਾ, ਤੇ ਫਿਰ ਤੁਸੀਂ ਇੱਥੇ ਆਪਣੇ ਪੰਜਾਬ 'ਚ ਗੱਲ ਕਰਕੇ ਵੇਖ ਲਓ, ਆਮ ਬੰਦਾ ਬੋਲਦਾ ਹੋਵੇ ਉਹ ਪ੍ਰੋਫੈਸਰ ਨੂੰ ਸਮਝ ਆ ਜਾਂਦਾ, ਪਰ ਪ੍ਰੋਫੈਸਰ ਬੋਲਦਾ ਹੋਵੇ ਤੇ ਆਮ ਬੰਦਾ ਸੋਚਦਾ ਬੰਦਾ ਬੜਾ ਸਿਆਣਾ ਹੀ, ਇਹਨੇ ਆਖਿਆ ਕਿ ਉਹਦੇ ਪੱਲੇ ਨਹੀਂ ਪੈਂਦਾ, ਕਿਉਂਕਿ ਪ੍ਰੋਫੈਸਰ ਉੱਤੇ ਹੀ ਨਿਕਲ ਜਾਂਦਾ, ਉੱਤੇ ਹੀ ਉਹਦੀ ਬੋਲੀ ਕਿਤਾਬੀ ਬੋਲੀ ਆ, ਉਹ ਕਿਤਾਬੀ ਬੋਲੀ ਆਮ ਲੋਕਾਂ ਦੇ ਪੱਲੇ ਹੀ ਨਹੀਂ ਪੈਂਦੀ। ਕਈ ਵਾਰੀ ਤਾਂ ਇਹੋ ਜਿਹੇ ਲਫ਼ਜ਼ ਵਰਤਦੇ ਨੇ। ਮੈਂ ਇੱਕ ਥਾਂ 'ਤੇ ਟਰਾਂਸਲੇਸ਼ਨ 'ਚ ਪੜ੍ਹਿਆ ਸੀ, ਅੰਗਰੇਜ਼ੀ ਦੀ ਟਰਾਂਸਲੇਸ਼ਨ ਕੀਤੀ ਗਈ ਪੰਜਾਬੀ 'ਚ, ਉੱਥੇ ਲਿਖਿਆ ਗਿਆ ਵਿਚਾਰ ਦੀ ਪੂਰਨਤਾ ਦੀ ਡੂੰਘਾਈ ਦੀ ਪੂਰਨਤਾ ਵਿੱਚ। ਮੈਂ 3-4 ਵਾਰ ਸੋਚਿਆ ਕਿ ਵਿਚਾਰ ਦੀ ਪੂਰਨਤਾ ਦੀ ਡੂੰਘਾਈ ਦੀ ਪੂਰਨਤਾ ਵਿੱਚ, ਇਹਦਾ ਮਤਲਬ ਕਿ ਮੇਰੇ ਨਹੀਂ ਪੱਲੇ ਪਿਆ। ਹੁਣ ਉਹ ਜਦੋਂ ਇੱਦਾਂ ਕਰਦੇ ਆ ਤਾਂ ਨਹੀਂ ਲੋਕਾਂ ਦੇ ਪੱਲੇ ਪੈਂਦਾ। ਪ੍ਰਧਾਨ ਮੰਤਰੀ ਦੀ ਗੱਲ ਠੀਕ ਹੈ ਕਿ ਜੇ ਅੰਗਰੇਜ਼ਾਂ ਦੇ ਦੇਸ਼ਾਂ ਵਿੱਚ ਜਿੱਥੇ ਅੰਗਰੇਜ਼ੀ ਚੱਲਦੀ ਆ, ਆਮ ਬੋਲੀ ਆ, ਮਦਰ ਟੰਗ ਆ, ਮਾਂ ਬੋਲੀ ਹੈ, ਉੱਥੇ ਵੀ ਇੱਕ ਫੈਸਲਾ ਕਾਨੂੰਨੀ ਨਜ਼ਰੀਏ ਵਾਲਾ ਹੁੰਦਾ ਤੇ ਇੱਕ ਆਮ ਲੋਕਾਂ ਦੀ ਸਮਝ ਆਉਣ ਵਾਲਾ ਹੁੰਦਾ, ਤੇ ਇੱਥੇ ਸਾਡੇ ਭਾਰਤ ਵਿੱਚ ਵੀ ਹੋਣਾ ਚਾਹੀਦਾ। ਤੁਸੀਂ ਇੱਕ ਫੈਸਲਾ ਉਹ ਲਿਖ ਲਓ ਜਿਹੜਾ ਜੱਜਾਂ ਤੇ ਵਕੀਲਾਂ ਦੇ ਪੜ੍ਹਨ ਵਾਲਾ ਹੋਵੇ, ਤੇ ਵਕੀਲਾਂ ਵਿੱਚੋਂ ਵੀ ਜਿਹੜੇ ਮੇਰੇ ਵਰਗੇ 5-7 ਵਿਚਾਰੇ ਬੰਤੂ ਟ੍ਰੇਨਡ ਹੋਣਗੇ, ਜਿਨ੍ਹਾਂ ਨੂੰ ਬਹੁਤੀ ਅੰਗਰੇਜ਼ੀ ਨਹੀਂ ਆਉਂਦੀ, ਅੰਗਰੇਜ਼ੀ ਬੋਲਣ ਲੱਗਿਆ ਉਹਨਾਂ ਦਾ ਗੇਰ ਫਸ ਜਾਂਦਾ, ਉਹਨਾਂ ਵਾਸਤੇ ਸੌਖੀ ਬੋਲੀ ਵਿੱਚ, ਸਥਾਨਕ ਬੋਲੀ 'ਚ, ਲੋਕਲ ਬੋਲੀ 'ਚ ਉਹ ਫੈਸਲਾ ਲਿਖ ਦਿੱਤਾ ਜਾਵੇ, ਉਹ ਵੀ ਸੌਖੇ ਰਹਿਣਗੇ। ਤੇ ਜਿਨ੍ਹਾਂ ਦਾ ਕੇਸ ਲੜਿਆ, ਜਿਨ੍ਹਾਂ ਵਿਚਾਰਿਆਂ ਨੇ ਔਖੀ ਖੂਨ ਪਸੀਨੇ ਦੀ ਕਮਾਈ 'ਚੋਂ ਪੈਸੇ ਕੱਢ ਕੇ ਜਾ ਕੇ ਵਕੀਲਾਂ ਦੀਆਂ ਫੀਸਾਂ ਭਰੀਆਂ, ਉਹ ਵੀ ਸੌਖੇ ਰਹਿਣਗੇ। ਇਹ ਲਾਗੂ ਕਰ ਦੇਣਾ ਚਾਹੀਦਾ, ਇਹ 'ਤੇ ਬਹੁਤਾ ਲੇਟ ਨਹੀਂ ਹੋਣਾ ਕਰਨਾ ਚਾਹੀਦਾ।
ਪੰਜ ਸਾਹਿਬ ਜੁੜਦੀ ਗੱਲ ਇੱਕ ਹੋਰ ਆ, ਪੰਜਾਬ ਦੇ ਵਿੱਚ ਵੀ ਜਦੋਂ ਰਜਿਸਟਰੀ ਕਰਾਉਂਦੇ ਆ ਜਾਂ ਪੁਲਿਸ ਵਾਲੇ ਕੋਈ ਫੜੋ ਕਰਦੇ ਆ, ਉਸ ਵੇਲੇ ਵੀ ਜਿਹੜੀ ਭਾਸ਼ਾ ਲਿਖੀ ਜਾਂਦੀ ਹੈ ਉਹ ਆਮ ਬੰਦੇ ਦੇ ਸਮਝ ਨਹੀਂ ਆਉਂਦੀ। ਇਹਦੇ ਬਾਰੇ ਨਹੀਂ ਕਦੀ ਕੋਈ ਵਿਚਾਰ ਹੋ ਸਕਦਾ? ਇੱਥੇ ਤੇ ਅਜੇ ਤੱਕ ਤੁਸੀਂ ਕਚਹਿਰੀ ਚੱਲ ਜਾਓ, ਸਾਨੂੰ ਇਹ ਪਤਾ ਲੱਗਦਾ ਅਲਬਦ ਅਲ ਮਦ ਪਤਾ ਨਹੀਂ ਕੀ ਕਹਿੰਦੇ ਆ, ਉਹ ਕਹਿੰਦੇ ਇਹਦਾ ਇੰਤਕਾਲ ਕਰਤਾ। ਕਿਸੇ ਤੁਸੀਂ ਉੱਥੇ ਬੰਦੇ ਨੂੰ ਪੁੱਛੋ ਤੈਨੂੰ ਮੈਂ ਕੱਲ੍ਹ ਲੱਭਦਾ ਰਿਹਾ, ਤੂੰ ਕਿੱਥੇ ਗਿਆ? ਕਹਿੰਦਾ ਮੈਂ ਕੱਲ੍ਹ ਸ਼ਹਾਦਤ ਦੇਣ ਗਿਆ ਸਾਂ। ਤੇ ਉਹਨੂੰ ਆਖਦਾ ਜੇ ਤੂੰ ਸ਼ਹਾਦਤ ਦੇਣ ਗਿਆ ਤਾਂ ਬਚ ਕੇ ਕਿੱਦਾਂ ਆ ਗਿਆ? ਉਹ ਕਹਿੰਦਾ ਨਹੀਂ, ਸ਼ਹਾਦਤ ਦਾ ਮਤਲਬ ਗਵਾਹੀ ਦੇਣ ਗਿਆ। ਤੇ ਹੁਣ ਜੇ ਉਸ ਵਕਤ ਦੀ ਸ਼ਹਾਦਤ ਹੀ ਅਜੇ ਤੱਕ ਕਦੇ ਜਾਂਦੇ ਆ, ਸ਼ਹਾਦਤ ਦਾ ਮਤਲਬ ਤਾਂ ਸਭ ਤੋਂ ਬਾਅਦ ਸ਼ਹੀਦੀ ਹੁੰਦਾ। ਹੁਣ ਇੱਦਾਂ ਦੀਆਂ ਕਈ ਸਮੱਸਿਆਵਾਂ ਆਉਂਦੀਆਂ ਨੇ, ਜਿਹੜੇ ਸ਼ਬਦ ਵਰਤੇ ਜਾਂਦੇ ਆ, ਬਹਿਨਾਮਾ, ਹਜ਼ਰਾ, ਪਤਾ ਨਹੀਂ ਕੀ ਉੱਥੇ ਲਿਖਿਆ ਜਾਂਦਾ, ਜਮਾਬੰਦੀ, ਗੁਰਦੁਆਰੇ, ਆਮ ਲੋਕਾਂ ਦੇ ਪੱਲੇ ਨਹੀਂ ਪੈ ਰਹੇ। ਇਹਨਾਂ ਦੀ ਕੁਝ ਨਾ ਕੁਝ ਸਰਲ ਪੰਜਾਬੀ ਕਰਨੀ ਚਾਹੀਦੀ ਆ, ਜਿਹੜੀ ਲੋਕਾਂ ਦੀ ਸਮਝ ਆ ਜਾਏ ਤੇ ਸਥਾਨਕ ਬੋਲੀ ਵਰਤੀ ਜਾਣੀ ਚਾਹੀਦੀ ਹੈ। ਸਮੇਂ ਦਾ ਬਦਲਾਅ ਜ਼ਰੂਰਤ ਹਮੇਸ਼ਾ ਹੁੰਦੀ ਰਹੀ ਹੈ। ਦੂਸਰੇ ਪਾਸੇ ਪੰਨੂ ਸਾਹਿਬ, ਜੇਕਰ ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆ ਰਹੀ ਆ, ਉਪ ਰਾਸ਼ਟਰਪਤੀ ਨੇ ਉੱਥੇ ਆਉਣਾ ਤੇ ਉੱਥੇ ਰੌਲਾ ਪੈ ਗਿਆ, ਫੰਡ ਜਿਹੜੇ ਘਪਲਾ ਹੋਇਆ। ਇਹ ਹੁਣ ਰਾਸ਼ਟਰਪਤੀ ਸਾਹਿਬ, ਉਪ ਰਾਸ਼ਟਰਪਤੀ ਸਾਹਿਬ ਨੇ ਆਉਣਾ, ਪਹਿਲੇ ਰੌਲਾ ਪੈ ਗਿਆ, ਕਿਵੇਂ ਦੇਖਦੇ ਆ? ਉਪ ਰਾਸ਼ਟਰਪਤੀ ਸਾਹਿਬ ਚੰਡੀਗੜ੍ਹ ਵਿਚਲੀ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਜੀ। ਇੱਥੇ ਵਾਈਸ ਚਾਂਸਲਰ, ਪਰ ਚਾਂਸਲਰ ਉਹ ਨੇ। ਉਹਨਾਂ ਨੇ 6 ਮਈ ਨੂੰ ਆਉਣਾ। ਇਹਦੇ ਤੋਂ ਪਹਿਲਾਂ ਸੈਨੇਟ ਦੇ ਇੱਕ ਮੈਂਬਰ ਜਿਹੜੇ ਟੀਚਰਸ ਕੌਂਸਟੀਚੁਐਂਸੀ 'ਚੋਂ ਚੁਣੇ ਗਏ, ਤਰਨ ਕਈ, ਉਹਨਾਂ ਨੇ ਇੱਕ ਚਿੱਠੀ ਲਿਖਤੀ, ਜੀ ਇਸ ਯੂਨੀਵਰਸਿਟੀ 'ਚ ਬੜੇ ਸਕੈਂਡਲ ਹੋ ਰਹੇ, ਅਸੀਂ ਚਾਹੁੰਦੇ ਉਹਦੀ ਪੜਤਾਲ ਹੋਵੇ। ਕੁਝ ਇਹੋ ਜਿਹੇ ਲੋਕ ਜਿਹੜੇ ਅਸਿਸਟੈਂਟ ਪ੍ਰੋਫੈਸਰ ਕੁਆਲੀਫਾਈ ਨਹੀਂ ਕਰਦੇ, ਉਹਨਾਂ ਨੂੰ ਕਾਗਜ਼ਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਬਣਾਇਆ ਗਿਆ, ਕਾਗਜ਼ਾਂ 'ਚ ਪ੍ਰੋਫੈਸਰ ਬਣਾਇਆ ਗਿਆ, ਕਾਗਜ਼ਾਂ ਵਿੱਚ ਪ੍ਰੋਫੈਸਰ ਤੋਂ ਪ੍ਰਮੋਟ ਕਰਕੇ ਪ੍ਰਿੰਸੀਪਲ ਲਾ ਦਿੱਤਾ ਗਿਆ, ਜਦ ਕਿ ਉਹ ਅਸਿਸਟੈਂਟ ਪ੍ਰੋਫੈਸਰ ਬਣਨ ਵਾਸਤੇ ਵੀ ਕੁਆਲੀਫਾਈ ਨਹੀਂ ਕਰਦੇ ਜੀ। ਉਹਨਾਂ ਨੇ ਉਪ ਰਾਸ਼ਟਰਪਤੀ ਨੂੰ ਆਖਿਆ, ਜੀ ਬਹੁਤਾ ਸਮਾਂ ਮੈਂ ਮੰਗਦਾ ਨਹੀਂ, ਮੈਨੂੰ ਤੁਸੀਂ ਦੇ ਦਿਓ ਸਿਰਫ 5 ਮਿੰਟ। ਮੈਂ ਤੁਹਾਨੂੰ ਇਹ ਦੱਸ ਦਿਆਂਗਾ ਕਿ ਇਸ ਯੂਨੀਵਰਸਿਟੀ 'ਚ ਜਿਹੜੀ ਸਾਡੇ ਉੱਤਰ ਭਾਰਤ ਦੀ, ਨਾਰਥ ਇੰਡੀਆ ਦੀ ਕਿਸੇ ਵਕਤ ਦੀ ਸਭ ਤੋਂ ਨਾਮਣੇ ਵਾਲੀ ਯੂਨੀਵਰਸਿਟੀ ਸੀ, ਉਹਦੇ ਵਿੱਚ ਕਿੰਨੇ ਸਕੈਂਡਲ ਹੋ ਰਹੇ। ਆ ਥੋੜ੍ਹੇ ਦਿਨ ਪਹਿਲਾਂ ਇੱਕ ਪ੍ਰਿੰਸੀਪਲ ਦੀ ਗ੍ਰਾਂਟ ਬੰਦ ਕੀਤੀ ਗਈ ਹੈ ਕਿਉਂਕਿ ਪ੍ਰਿੰਸੀਪਲ ਕੁਆਲੀਫਾਈ ਨਹੀਂ ਕਰਦਾ, ਗਲਤ ਤਰੀਕੇ ਨਾਲ ਲਿਆ ਗਿਆ। ਇਹੋ ਜਿਹੇ ਬਹੁਤ ਸਾਰੇ ਕੇਸ ਇਕੱਲੇ ਤਰਨ ਕਈ ਕੋਲ ਨਹੀਂ, ਸਾਡੇ ਕੋਲ ਵੀ ਲਗਾਤਾਰ ਆ ਰਿਹਾ, ਕਾਲਜਾਂ ਵਿੱਚੋਂ ਵੀ ਆ ਰਿਹਾ, ਯੂਨੀਵਰਸਿਟੀ ਵਿੱਚੋਂ ਨਹੀਂ, ਯੂਨੀਵਰਸਿਟੀਆਂ ਵਿੱਚੋਂ ਆ ਰਿਹਾ, ਕਈਆਂ ਥਾਵਾਂ ਤੋਂ ਆ ਰਿਹਾ। ਇਹ ਲੱਗਦਾ ਕਿ ਉੱਥੇ ਜਿਹੜਾ ਵੀ ਵਾਈਸ ਚਾਂਸਲਰ ਬਣ ਜਾਂਦਾ ਉਹ ਫਿਰ ਆਪਣੀ ਮਰਜ਼ੀ ਚਲਾਉਂਦਾ। ਕਈਆਂ ਥਾਵਾਂ 'ਤੇ ਵਾਈਸ ਚਾਂਸਲਰਾਂ ਨੇ ਬਥੇਰੇ ਘਪਲੇ ਕੀਤੇ ਪਏ ਆ। ਉਹਦੇ ਕਰਕੇ ਜੇ ਹੁਣ ਇਸ ਵੇਲੇ ਪੰਜਾਬ ਯੂਨੀਵਰਸਿਟੀ ਚਰਚਾ ਵਿੱਚ ਹੈ, ਜੇ ਉਹਦੇ ਸੈਨੇਟ ਦੇ ਕੁਝ ਮੈਂਬਰਾਂ ਦੀ ਚੋਣ ਦੇ ਉੱਤੇ ਵੀ ਸਵਾਲ ਉੱਠ ਚੁੱਕੇ ਨੇ, ਜੇ ਉਹਦੀਆਂ ਗ੍ਰਾਂਟਾਂ ਦੇ ਮਾਮਲੇ 'ਚ ਇਹ ਲੱਗਦਾ ਕਿ ਬਹੁਤ ਕਾਲਾ ਮਾਲਾ ਹੋ ਰਿਹਾ, ਤੇ ਜੇ ਸਰਕਾਰ ਹੱਥ ਪਾਵੇ ਤੇ ਇੱਥੇ ਕਈ ਕਾਲਜਾਂ ਵਾਲੇ ਫਸ ਸਕਦੇ ਆ ਜੀ। ਕਈਆਂ ਨੇ ਤਾਂ ਇਹ ਕੀਤਾ ਕਿ ਸਰਕਾਰ ਤੋਂ ਪੈਸੇ ਲੈ ਲਏ ਆ, ਪ੍ਰੋਫੈਸਰਾਂ ਨੂੰ ਅੱਧੀਆਂ ਤਨਖਾਹਾਂ ਦਿੱਤੀਆਂ ਜਾਂ ਕਈ ਮਹੀਨੇ ਤੋਂ ਨਹੀਂ ਦਿੱਤੀਆਂ। ਇੱਕ ਕਾਲਜ ਵਿੱਚ, ਪੰਜਾਬ ਦੇ ਇੱਕ ਕਾਲਜ ਦੇ ਵਿੱਚ 39 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਕਿਸੇ ਨੂੰ 3 ਮਹੀਨੇ ਤਨਖਾਹ ਨਾ ਮਿਲੇ ਤੇ ਉਹਨੂੰ ਦੁਕਾਨਦਾਰ ਰਾਸ਼ਨ ਦੇਣਾ ਬੰਦ ਕਰ ਦਿੰਦੇ ਆ। ਜਿਨ੍ਹਾਂ ਨੂੰ 39 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਉਹਨਾਂ ਦੇ ਬਾਰੇ ਯੂਨੀਵਰਸਿਟੀ ਨੇ ਹੁਣ ਤੱਕ ਕੀ ਕੀਤਾ? ਇਹ ਸਾਰੇ ਮੁੱਦੇ ਮੁੜ ਕੇ ਤਰਨ ਕਈ ਨੇ ਉਠਾਏ ਆ। ਤਰਨ ਕਈ ਕਾਲਜ ਟੀਚਰਾਂ ਦੇ ਇਸ ਵੇਲੇ ਜਿਹੜੇ ਥੋੜ੍ਹੇ ਜਿਹੇ ਸੁਚੇਤ ਲੀਡਰ ਹੁੰਦੇ ਆ ਨਾ, ਉਹਨਾਂ 'ਚੋਂ ਜਿਹਦੇ ਪੋਟਿਆਂ ਦੇ ਉੱਤੇ ਹਰ ਗੱਲ, ਤੇ ਉਹਨੇ ਉਪ ਰਾਸ਼ਟਰਪਤੀ ਤੋਂ ਸਮਾਂ ਮੰਗਿਆ। ਉਪ ਰਾਸ਼ਟਰਪਤੀ ਨੇ ਸਾਰੇ ਦੋਸ਼ਾਂ ਦੀ ਚਿੱਠੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖ ਦਿੱਤੀ ਹੈ। ਵਾਈਸ ਚਾਂਸਲਰ ਨੇ ਅੱਗੋਂ ਇਹ ਵੇਖ ਕੇ ਕਿ ਹੈ ਤੇ ਉਪ ਰਾਸ਼ਟਰਪਤੀ ਨੇ ਚਿੱਠੀ ਦਾ ਇੱਕ ਅੱਖਰ ਦਾ ਬੜਾ ਨੋਟਿਸ ਲਿਆ। ਉਹਨਾਂ ਨੇ ਫਟਾਫਟ ਕਮੇਟੀਆਂ ਬਣਾਉਣਾ ਸ਼ੁਰੂ ਕਰਤੀਆਂ। ਇਸ ਵੇਲੇ ਪੋਚਾ ਪਾਉਣ ਦਾ ਕੰਮ ਚੱਲਦਾ ਪਿਆ ਯੂਨੀਵਰਸਿਟੀ 'ਚ। ਦੱਸਣ ਵਾਲੇ ਦੱਸਦੇ ਆ ਕਿ ਕੋਸ਼ਿਸ਼ ਹੋ ਰਹੀ ਆ ਕਿ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਇਹਨੂੰ ਬਸ ਉੱਦਾਂ ਢੱਕ ਦਿੱਤਾ ਜਾਵੇ ਜਿਵੇਂ ਡੋਨਲਡ ਟਰੰਪ ਨੇ ਆਉਣਾ ਸੀ ਤੇ ਅਹਿਮਦਾਬਾਦ ਦੇ ਵਿੱਚ ਝੁੱਗੀਆਂ ਦੇ ਅੱਗੇ 2-3 ਕਿਲੋਮੀਟਰ ਲੰਮੀ ਇੱਕ ਕੰਧ ਖੜੀ ਕਰ ਦਿੱਤੀ, ਉਹਨੂੰ ਝੁੱਗੀਆਂ ਨਾਲ ਦਿਸ ਪੈਣ। ਇੱਦਾਂ ਦਾ ਪ੍ਰਬੰਧ ਹੁੰਦਾ ਪਿਆ। ਉਹ ਪ੍ਰਬੰਧ ਹੋਣ ਦੇ ਬਾਵਜੂਦ ਸੱਚਾਈ ਇੰਨੀ ਕੌੜੀ ਹੈ ਕਿ ਲੱਗਦਾ ਕਿ ਉਪ ਰਾਸ਼ਟਰਪਤੀ ਦੇ ਦੌਰੇ ਵੇਲੇ ਇੰਨਾ ਕੁਝ ਖੁੱਲ੍ਹ ਕੇ ਸਾਹਮਣੇ ਆ ਜਾਣਾ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਵਾਸਤੇ ਮੁਸ਼ਕਲਾਂ ਆਉਣਗੀਆਂ, ਉਹਨਾਂ ਨੂੰ ਪਸੀਨੇ ਆ ਜਾਣਗੇ। ਮੁਸ਼ਕਲਾਂ ਤਾਂ ਪੰਨੂ ਸਾਹਿਬ ਅੱਗੇ ਬਹੁਤ ਹੈ, ਛੋਟੀ ਜੀ ਗੱਲ ਆ। ਨਾਲ ਬੱਚੇ ਬਹੁਤ ਸਾਰੇ ਅਜੇ ਇਸ ਤਰ੍ਹਾਂ ਦੇ ਪਰੇਸ਼ਾਨ ਵੀ ਹੁੰਦੇ ਆ ਜਿਨ੍ਹਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਘਰ ਤੱਕ ਨਹੀਂ ਪਹੁੰਚਦੀਆਂ। ਮੁੱਦਾ ਤਾਂ ਉਹ ਵੀ ਵਿਚਾਰਨਯੋਗ ਹੈ। ਉਧਰ ਜੇਕਰ ਯੂਪੀ ਦੀ ਗੱਲ ਕਰੀਏ ਪੰਨੂ ਸਾਹਿਬ, ਤਾਂ ਇੱਕ ਮੰਤਰੀ ਦੇ ਮੂਹਰੇ ਇੱਕ ਲਾਸ਼ ਦਾ ਚੈੱਕਅਪ ਕੀਤਾ ਗਿਆ। ਇਹ ਪਹਿਲੀ ਵਾਰ ਹੈ, ਕਹਿੰਦੇ ਮੰਤਰੀ ਸਾਹਿਬ ਵੀ ਉੱਥੇ ਰਹੇ ਸੀਗੇ। ਪੂਰੀ ਕਹਾਣੀ ਕੀ ਆ? ਦੇਖੋ, ਭਗਵਾਨ ਰਾਮ ਦੇ ਨਾਂ ਨਾਲ ਜੁੜਿਆ ਚਿੱਤਰਕੂਟ ਦੋ ਨੇ। ਇੱਕ ਚਿੱਤਰਕੂਟ ਮੱਧ ਪ੍ਰਦੇਸ਼ 'ਚ ਅਤੇ ਇੱਕ ਚਿੱਤਰਕੂਟ ਧਾਮ ਜ਼ਿਲ੍ਹਾ ਉੱਤਰ ਪ੍ਰਦੇਸ਼ 'ਚ। ਦੋਵਾਂ ਦਾ ਆਪੋ 'ਚ ਅਸਲ 'ਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਬਾਰਡਰ ਦੇ ਇੱਕ ਪਾਸੇ ਉਹ ਅਤੇ ਇੱਕ ਪਾਸੇ ਉਹ ਜੀ। ਜਿਹੜਾ ਯੂਪੀ ਵਾਲਾ ਚਿੱਤਰਕੂਟ ਹੈ, ਉੱਥੇ ਮੰਤਰੀ ਜੈਵੀਰ ਸਿੰਘ ਗਿਆ, ਉਹਨੇ ਜਾ ਕੇ ਹਸਪਤਾਲ ਦਾ ਗੇੜਾ ਲਾਇਆ, ਨਾਲ ਉਹ ਫਰੂਟ ਲੈ ਕੇ ਗਿਆ, ਫਲ ਲੈ ਕੇ ਗਿਆ।
ਜਿਹੜੇ ਮਰੀਜ਼ ਜਾਗਦੇ ਸੀ ਉਹਨਾਂ ਨੂੰ ਆਪ ਫੜ ਵੰਡੇ, ਨਹੀਂ ਤੇ ਬਾਕੀਆਂ ਦੇ ਵਾਰਸਾਂ ਨੂੰ ਦੇ ਦਿੱਤੇ। ਇੱਕ ਮਰੀਜ਼ ਆਪਰੇਸ਼ਨ ਥੀਏਟਰ ਸੀ, ਉਹਦੇ ਵਾਰਸਾਂ ਨੂੰ ਵੀ ਫੜ ਦੇ ਦਿੱਤੇ। ਜਦੋਂ ਉਹਨਾਂ ਦੇ ਸਾਹਮਣੇ ਉਸ ਵਕਤ ਡਾਕਟਰ ਬੜੀ ਮੁਸਤੈਦੀ ਨਾਲ ਉਹਦਾ ਚੈੱਕਅਪ ਕਰਦੇ ਪਏ ਸਨ। ਜਦੋਂ ਮੰਤਰੀ ਸਾਹਿਬ ਬਾਹਰ ਆਏ ਤੇ ਗੇਟ ਤੇ ਆਉਂਦਿਆਂ ਹੀ ਜ਼ਿਲ੍ਹਾ ਪਰਿਸ਼ਦ ਦੀ ਮੈਂਬਰ ਇੱਕ ਬੀਬੀ ਮਿਲ ਗਈ ਜਿਹੜੀ ਲੋਕਾਂ ਦੀਆਂ ਵੋਟਾਂ ਨਾਲ ਜਿੱਤੀ ਸੀ। ਕਹਿੰਦੀ ਮੰਤਰੀ ਜੀ ਝੂਠ ਬੋਲਣ ਡਏ ਜੇ ਹਸਪਤਾਲ ਵਾਲੇ, ਉਹ ਜਿਹੜੇ ਮਰੀਜ਼ ਨੂੰ ਇਹ ਤੁਹਾਡੇ ਸਾਹਮਣੇ ਚੈੱਕ ਕਰਨ ਡਏ ਸੀ ਉਹਦੇ ਵਾਰਸਾਂ ਨੂੰ ਤੁਹਾਡੇ ਕੋਲੋਂ ਫਲ ਵੀ ਦਿਵਾਤੇ ਆ। ਉਹਦੇ ਪਰਿਵਾਰ ਨੂੰ ਅੱਜ ਸਵੇਰ ਦੇ ਦੱਸ ਚੁੱਕੇ ਆ ਕਿ ਉਹ ਮਰ ਗਈ ਆ ਜਨਾਨੀ। ਉਸ ਮਰੀ ਪਈ ਔਰਤ ਦਾ ਚੈੱਕਅਪ ਤੁਹਾਡੇ ਸਾਹਮਣੇ ਇਹਨਾਂ ਨੇ ਕੀਤਾ। ਉੱਥੇ ਨਾਲ ਮੈਡੀਕਲ ਸੁਪਰਡੈਂਟ ਖੜਾ ਸੀ, ਉਹਨੂੰ ਪਸੀਨੇ ਆ ਗਏ। ਮੰਤਰੀ ਨੇ ਭੌਂਦੇ ਪੈਰ ਆਖਿਆ ਮੈਂ ਜਾ ਕੇ ਹੁਣੇ ਵੇਖਦਾ। ਜਦੋਂ ਉੱਥੇ ਗਏ ਤੇ ਜਾਂਦਿਆਂ ਨੂੰ ਉਹਨੇ ਚ ਨੂੰ ਭੱਜ ਕੇ ਡਾਕਟਰ ਵੀ ਦੁਬਾਰਾ ਉੱਥੇ ਚਲੇ ਗਏ। ਉਹਨਾਂ ਸਮਝਿਆ ਸੀ ਮੰਤਰੀ ਚਲਾ ਗਿਆ, ਗੱਲ ਟਲ ਗਈ। ਜਦੋਂ ਉਹਨੇ ਵੇਖਿਆ ਸਿਆਪਾ ਪੈ ਗਿਆ, ਉੱਥੇ ਚਲੇ ਗਏ। ਮੰਤਰੀ ਨੇ ਜਾ ਕੇ ਆਖਿਆ ਤਾਂ ਮਰੀ ਪਈ ਆ, ਤੁਸੀਂ ਇਹਦਾ ਟ੍ਰੀਟਮੈਂਟ ਕਰਨ ਰਹੇ? ਨਹੀਂ ਜੀ ਨਹੀਂ, ਅਸੀਂ ਇਹਨੂੰ ਨਕਲੀ ਸਾਹ ਦੇਣ ਦੀ ਕੋਸ਼ਿਸ਼ ਕਰਨ ਰਹੇ, ਉਹਦੇ ਕਦੇ ਚੈਸਟ ਨੂੰ ਦਬਾਉਣ, ਕਦੇ ਮੋਢਿਆਂ ਨੂੰ ਦਬਾਉਣ ਲਾਉਣ। ਉਹ ਕਹਿੰਦਾ ਮੈਂ ਇੱਥੇ ਖੜਾ, ਤੁਸੀਂ ਮੈਨੂੰ ਇਹਦੇ ਸਾਹ ਕੱਢ ਕੇ ਵਿਖਾਓ, ਸਾਹ ਚਲਾ ਕੇ ਵਿਖਾਓ, ਇਹਦੇ ਕਿੱਦਾਂ ਕਰਦੇ। 2-3 ਮਿੰਟਾਂ ਬਾਅਦ ਕਹਿੰਦੇ ਸੌਰੀ ਜੀ ਹੁਣੇ ਐਕਸਪਾਇਰ ਹੋਈ ਹੈ। ਉਹ ਕਹਿੰਦਾ ਹੁਣੇ ਨਹੀਂ ਹੋਈ, ਮੈਨੂੰ ਪਤਾ ਲੱਗ ਗਿਆ ਸਵੇਰ ਦੀ ਐਕਸਪਾਇਰ ਹੋਈ ਆ। ਤੁਸੀਂ ਲਾਸ਼ ਦਾ ਚੈੱਕਅਪ ਕਰ ਰਹੇ, ਲਾਸ਼ ਨੂੰ ਤੁਸੀਂ ਜਿਵਾਉਣ ਦਾ ਯਤਨ ਕਰ ਸਕਦੇ ਆ, ਜਿਹਨੂੰ ਕੋਈ ਜਿਵਾ ਨਹੀਂ ਸਕਿਆ ਤੁਸੀਂ ਬੇਵਕੂਫ ਬਣਾਉਣ ਰਹੇ। ਔਰ ਲਾਸ਼ ਦੇ ਵਾਰਸਾਂ ਨੂੰ ਲਾਸ਼ ਦੇਣ ਦੇ ਬਜਾਏ ਮੰਤਰੀ ਤੋਂ ਫੜ ਦਿਵਾਤੇ। ਇਹ ਯੂਪੀ ਹੈ, ਉਹ ਯੂਪੀ ਜਿੱਥੇ ਇਸ ਵੇਲੇ ਇੱਕ ਸਾਧੂ ਪੁਰਸ਼ ਦੀਨ ਦੁਨੀਆ ਦਾ ਤਿਆਗੀ ਇਸ ਵੇਲੇ ਯੋਗੀ ਤੋਂ ਰਾਜ ਭੋਗਣ ਵਾਲਾ ਬਣ ਗਿਆ। ਸਾਰੇ ਕਹਿੰਦਾ ਕਿ ਉਹਦਾ ਰਾਜ ਬਹੁਤ ਵਧੀਆ ਚੱਲਦਾ ਪਿਆ, ਤੇ ਜੇ ਬਹੁਤ ਵਧੀਆ ਦਾ ਨਮੂਨਾ ਆ ਹੁੰਦਾ ਤੇ ਫਿਰ ਮਾੜਾ ਕਿਹਨੂੰ ਕਹਿਣਗੇ। ਲੋਕ ਤਾਂ ਪੰਨੂ ਸਾਹਿਬ ਇਹ ਵੀ ਕਹਿੰਦੇ ਆ ਨਾ, ਫਿਰ ਲਾਸ਼ਾਂ ਦੇ ਨਾਮ ਦੇ ਉੱਪਰ ਨਿੱਜੀ ਹਸਪਤਾਲ ਹਮੇਸ਼ਾ ਕਮਾਈ ਕਰਦੇ ਰਹਿੰਦੇ ਆ। ਸ਼ਾਇਦ ਇਹ ਤਾਂ ਸਰਕਾਰੀ ਹੈ, ਸੱਚੀਆਂ ਹੋਣ, ਪਰ ਇਹ ਸਰਕਾਰੀ ਵਿੱਚ ਵੀ ਹੋ ਗਿਆ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਖਬਰਾਂ ਤੇ ਚਰਚਾ ਕਰਨ ਲਈ। ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਜਾਣ ਦਾ ਵੇਲਾ ਆ ਗਿਆ, ਕੱਲ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।